ਮੀਰੀ ਪੀਰੀ ਦੀਆਂ ਪੈਣ ਕੇ ਦੋ ਤੇ ਗਾਂ ਛੇਵੇਂ ਗੁਰਾਂ ਨੇ ਜੁਗ ਪਲਟਾ ਦਿੱਤਾ ਰਚਿਆ ਤਖਤ ਅਕਾਲ ਦਾ ਫੌਜ ਰੱਖੀ ਸ਼ਾਹੀ ਫੌਜਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਮਾਲਾ ਵਾਲੀਆਂ ਹੱਥਾਂ ਵਿੱਚ ਤੇਗ ਦੇ ਕੇ ਜੇ ਤੂਰਣਾ ਦਾ ਸੰਤ ਬਣਾ ਦਿੱਤਾ ਦਰਗਾਹਪੁਰੀਆ ਕਹੇ ਛੇਵੇਂ ਪਾਤਸ਼ਾਹ ਨੇ ਸਾਨੂੰ ਜਿਉਣ ਦਾ ਢੰਗ ਸਿਖਾ ਦਿੱਤਾ ਸਾਨੂੰ ਜਿਉਣ ਦਾ ਢੰਗ ਸਿਖਾ ਦਿੱਤਾ ਕਦੇ ਪੁੱਛੋ ਇਤਿਹਾਸ ਦੇ ਪੰਨਿਆਂ ਤੋਂ ਲੈਂਦੀ ਰਹੀ ਏ ਕਿਸ ਤਰ੍ਹਾਂ ਖੱਲ ਸਾਡੀ ਲੋਕ ਉਂਗਲਾਂ ਮੂੰਹ ਵਿੱਚ ਪਾ ਲੈਂਦੇ ਜਦੋਂ ਚੱਲਦੀ ਮਹਿਫਲਾਂ ਵਿੱਚ ਗੱਲ ਸਾਡੀ ਉਹ ਕੌਮ ਨਹੀਂ ਕਦੇ ਗੁਲਾਮ ਰਹਿੰਦੀ ਓ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਜਦੋਂ ਵੇਖੀਦਾ ਤੇਰੇ ਇਤਿਹਾਸ ਵੱਲੇ ਵੱਖ ਜੋਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਿਰਕ ਦੀ ਪੱਟੀ ਵਿੱਚ ਸੂਰਬੀਰਾਇਓ ਸਗੋਂ ਹੋਰ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜ ਤੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ ਜਦੋਂ ਵੇਖੀਦਾ ਤੇਰੇ ਇਤਿਹਾਸ ਵੱਲੇ ਵੱਖ ਜਿਉਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਿਦਕ ਦੀ ਪੱਟੀ ਵਿੱਚ ਸੂਰਬੀਰਾਇਓ ਸਗੋਂ ਹੋਰ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮਾਂ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ ਯੁੱਗਾਂ ਦੀ ਇਤਿਹਾਸ ਨੇ ਭੁੱਲਣਾ ਨਹੀਂ ਉਹ ਸਿੰਘਾ ਭੁੱਲਣਾ ਨਹੀਂ ਜਿਹੜੀਆਂ ਦੇਸ਼ ਬਦਲੇ ਕਾਲਾਂ ਕਾਲੀਆਂ ਨੇ ਤੇਰੇ ਪੁੱਤਾਂ ਦੇ ਖੂਨ ਦਾ ਸਿਰ ਸਦਕਾ ਭਾਰਤ ਮਾਂ ਦੇ ਚਿਹਰੇ ਤੇ ਲਾਲੀਆਂ ਨੇ ਐਸਾ ਡਿੱਠਾ ਅਜੀਬ ਹੈ ਬਾਦਸ਼ਾਹ ਤੋਂ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਦਰ ਆਏ ਸਵਾਲੀ ਨੂੰ ਮੋੜਨਾ ਕੀ ਉਹ ਦਰ ਮੌਤ ਵੀ ਆਵੇ ਖਾਲੀ ਮੋੜਦਾ ਨਹੀਂ ਤੇਰੇ ਭਾਈ ਕਨਈਏ ਨੇ ਦੱਸਿਆ ਏ ਜਾਤ ਪਾਤ ਦਾ ਫਰਕ ਮਟਾਈ ਜਾਣਾ ਨਾਲ ਦੁਸ਼ਮਣਾ ਦੁਸ਼ਮਣੀ ਭੁੱਲ ਕੇ ਤੇ ਪਾਣੀ ਸਭਨਾ ਦੇ ਮੁਖ ਵਿੱਚ ਪਾਈ ਜਾਣਾ ਮੀਰ ਮੰਨੂ ਲਾਹੌਰ ਦਰਬਾਰ ਅੰਦਰ ਹਾਂ ਦਰਬਾਰ ਅੰਦਰ ਮੀਰ ਮੰਨੂ ਲਾਹੌਰ ਦਰਬਾਰ ਅੰਦਰ ਤੇਰੇ ਬੱਚੇ ਜਾਣੇ ਜਾਤੇ ਟੰਗਦੇ ਰਹੇ ਤੇਰੇ ਵੱਡੇ ਆ ਜਦੋਂ ਅਰਦਾਸ ਕੀਤੀ ਫਿਰ ਵੀ ਭਲਾ ਸਰਬੱਤ ਦਾ ਮੰਗਦੇ ਰਹੇ ਗੁਰੂ ਕੇ ਬਾਗ ਵੱਲੇ ਉਹ ਸਿੰਘਾ ਬਾਗ ਵੱਲੇ ਤੇਰੀਆਂ ਸ਼ਾਦੀਆਂ ਤੇ ਘੋੜੇ ਨੱਚਦੇ ਰਹੇ ਜ਼ੁਲਮ ਕਰਨ ਵਾਲੇ
ਹੋ ਗਏ ਰੋਣ ਹਾਕੇ ਤੇਰੇ ਵੀਰ ਬੰਕੇ ਖਿੜ ਖਿੜ ਹੱਸਦੇ ਰੇ। ਕੱਲ ਜੱਲਿਆਂ ਵਾਲੇ ਦੇ ਬਾਗ ਅੰਦਰ ਰੱਜ ਰੱਜ ਸ਼ਹੀਦੀ ਦਾ ਜਾਮ ਪੀਤਾ, ਪਰ ਇਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਚੱਪੇ ਚੱਪੇ ਤੇ ਸਿੱਖਾਂ ਨਾਲ ਦਗਾ ਕੀਤਾ। ਵੀ ਹਾਕਮ ਜਰਵਾਣੀਆਂ ਨੇ ਤੇਰਾ ਦਿਲ ਹਰਮੰਦਰ ਬੇਇੱਜ਼ਤ ਕੀਤਾ, ਆਪਣੇ ਗੁਰੂ ਦੀ ਖੁਸ਼ੀ ਅਪਣਾਉਣ ਦੇ ਲਈ ਉਸ ਜ਼ਾਲਮ ਦੇ ਖੂਨ ਨਾ ਉਜੂ ਕੀਤਾ। ਤੂੰ ਨੀ ਕਦੇ ਮੈਦਾਨ ਵਿੱਚ ਟਹਿਣ ਵਾਲਾ ਓ ਠਹਿਣ ਵਾਲਾ, ਤੂੰ ਨੀ ਕਦੇ ਮੈਦਾਨ ਵਿੱਚ ਟਹਿਣ ਵਾਲਾ, ਤੈਨੂੰ ਢਾਲਿਆ ਸਦਾ ਪਖੰਡੀਆਂ ਨੇ, ਤੇਰੇ ਧਰਮ ਤੋਂ ਸੈਂਕੜੇ ਧਰਮ ਬਣ ਗਏ ਪਾਈਆਂ, ਅਕਲ ਨਾਲ ਤੇਰੀਆਂ ਵੰਡੀਆਂ ਨੇ। ਹੁਣ ਸੰਭਲ ਜਾ ਸਮੇਂ ਦੇ ਸੂਰਬੀਰਾ, ਕਿਤੇ ਵੱਡਿਆ ਜਾਵੇ ਨਾ ਮੁੱਲ ਤੇਰਾ, ਪੈਰ ਪੈਰ ਤੇ ਸੰਭਲ ਕੇ ਕਦਮ ਧਰ ਲਾ। ਪੈਰ ਪੈਰ ਤੇ ਸੰਭਲ ਕੇ ਕਦਮ ਧਰ ਜਾਵੇ, ਖੂਨ ਆ ਜਾਈ ਨਾ ਡੁੱਲ ਤੇਰਾ। ਕਰਦਾ ਗਿੱਲ ਦਲਬੀਰ ਅਰਦਾਸੇ ਹੋ, ਪੰਥ ਖਾਲਸੇ ਦੀ ਉਹ ਚੜ੍ਹਦੀ ਕਲਾ ਹੋਵੇ, ਰਾਜ ਖਾਲਸੇ ਦਾ ਤੇਰਾ ਹੋਵੇ ਨੀਚਾ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਵਾਹਿਗੁਰੂ ਜੀ। ਵਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ, ਜਿਸ ਨੂੰ ਬਖਸ਼ੇ ਸਿਫਤ ਸਰਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ। ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਸਿਫਤ ਸਲਾਹ ਸਰਵਣ ਕਰ ਰਹੇ ਸਤਿਕਾਰਯੋਗ ਖਾਲਸਾ ਜੀ, ਵੱਡਿਆਂ ਭਾਗਾਂ ਵਾਲੇ ਹੋ। ਜ਼ਿੰਦਗੀ ਦੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਉਦਮ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਕਈ ਵਾਰੀ ਮਨੁੱਖ ਕੋਲ ਸਮਾਂ ਵੀ ਹੁੰਦਾ ਹੈ, ਉਹਦੇ ਕੋਲ ਸਾਧਨ ਵੀ ਹੁੰਦਾ ਹੈ, ਉਹਦਾ ਚਿੱਤ ਵੀ ਕਰਦਾ ਹੈ, ਪਰ ਇਸ ਦੇ ਬਾਵਜੂਦ ਵੀ ਉਹ ਗੁਰੂ ਕੀ ਸਿੱਖ ਸੰਗਤ ਦੀ ਚਰਨ ਧੂੜ ਮਸਤਕ ਤੇ ਲਾਉਣ ਤੋਂ ਵਾਂਝਾ ਰਹਿ ਜਾਂਦਾ। ਇਸੇ ਕਰਕੇ ਮਹਾਰਾਜ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੇਜੇ ਜੀ। ਸੋ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰਾਂ ਦੇ ਗੁਰਸਿੱਖਾਂ ਦੀ ਚਰਨ ਧੂੜ ਆਪਣੇ ਮਸਤਕ ਤੇ ਲਾ ਕੇ ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਨੂੰ ਗਾ ਰਹੇ ਹੋ, ਸੁਣ ਰਹੇ ਹੋ। ਆਓ ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਸਰਬੱਤ ਮਾਈ ਭਾਈ ਕਿਰਪਾ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਦੁਨੀਆ ਦਾ ਗਿਆਨ ਤੇ ਗਿਆਨ ਦਾ ਸਮੁੰਦਰ ਰਿੜਕ ਲਈਏ, ਉਹਦੇ ਵਿੱਚੋਂ ਇੱਕ ਤੱਤ ਨਿਕਲਦਾ ਗਿਆਨ ਰੂਪੀ, ਤੇ ਉਹ ਗਿਆਨ ਦਾ ਮਹਾਂ ਗਿਆਨ ਇਹ ਹੈ ਆਪਣੇ ਆਪ ਨੂੰ ਜਾਣ ਲੈਣਾ ਕਿ ਮੈਂ ਕੀ ਹਾਂ, ਸਰੀਰ ਹਾਂ ਜਾਂ ਰੂਹ ਹਾਂ, तो मेरा मकसद की है। मन तू जोत स्वरूप है, अपना मूल पहचान। असी अपनी सोच का दायरा निक्का जिहा रख के जिउने हैं, जद के गुरदेव पातशाह महाराज कहते तू उस महान आत्मा की एक अंश है ते तेरा कारज बड़ा पवित्र है। उस मालिक नूं सिमर सिमर के याद कर करके उहदे विच अभेद हो जाना। जिहड़ा इस कारज नूं पूरा कर लैंदा ਉਹ ਜ਼ਿੰਦਗੀ ਦੀ ਯਾਤਰਾ ਸਫਲ ਕਰਦਾ। ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਥਾਵਾਚਕਾਂ ਦਾ ਇੱਕ ਯੁੱਗ ਸਮਾਪਤ ਹੋ ਗਿਆ ਔਰ ਕੇਵਲ ਕਥਨੀ ਦੇ ਬਹੁਤ ਨੇ, ਲੇਕਿਨ ਅਨੁਭਵੀ ਗੱਲ ਕਰਨ ਵਾਲਾ ਬੰਦਾ ਸਾਡੀਆਂ ਸਟੇਜਾਂ ਤੋਂ ਲਾਂਭੇ ਹੋ ਗਿਆ। ਕੈਸਟਾਂ ਰਾਹੀਂ ਅੱਜ ਵੀ ਉਹਨਾਂ ਦੇ ਅਸੀਂ ਦਰਸ਼ਨ ਕਰਦੇ ਹਾਂ। ਉਹ ਕਹਿੰਦੇ ਹੁੰਦੇ ਸੀ ਜਿਵੇਂ ਇੱਕ ਕਤਰਾ सागर तक पहुँच जावे तो समझो ओदी मंजिल जिहड़ी है वो सफल हो गई। इस तरह आत्मा जद परमात्मा तक पहुँच जाती है
ਜੀਵਨ ਦੇ ਵਸੀਲੇ ਰਾਹੀਂ ਤਾਂ ਸਮਝੋ ਉਹਦਾ ਜੀਵਨ ਸਫਲ ਹੋ ਗਿਆ। ਇਹ ਸਰੀਰਾ ਮੇਰਿਆ ਇਸ ਜਗ में आए के क्या तुद कर्म कमाया कि कर्म कमाया तुद सरीरा जा तू जग में आया। ਅਸੀਂ ਸਾਰੀ ਜ਼ਿੰਦਗੀ ਲੋਕਾਂ ਦੀਆਂ ਤਰੱਕੀਆਂ, ਲੋਕਾਂ ਦੇ ਔਗਣ, ਲੋਕਾਂ ਦੇ ਘਰਾਂ ਦੇ ਹਾਲਾਤ ਵੇਖ ਵੇਖ ਕੇ ਕੰਨ ਰਸ ਪੂਰਾ ਕਰਦੇ ਰਹਿੰਦੇ ਹਾਂ। ਕਦੇ ਆਪਣੇ ਆਪ ਨੂੰ ਪੁੱਛਦੇ ਹੀ ਨਹੀਂ ਕਿ ਜ਼ਿੰਦਗੀ ਦਾ ਜਿਹੜਾ ਹਿੱਸਾ ਬੀਤ ਗਿਆ ਉਹਦੇ ਵਿੱਚ ਕਿਹੜੀ ਗੱਲ ਤੇ ਫਖਰ ਕਰਾਂਗੇ, ਕਿਹੜੀ ਗੱਲ ਤੇ ਮਾਣ ਕਰਾਂਗੇ। ਸਾਡੇ ਤੁਰ ਜਾਣ ਤੋਂ ਬਾਅਦ ਸਾਡੇ ਕਿਸ ਗੁਣ ਦੀ ਚਰਚਾ ਹੋਵੇਗੀ। ਸੋ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਵਾਸ ਬੜੀ ਕੱਚੀ ਤੰਦ ਵਰਗੇ ਨੇ, ਇਹਨਾਂ ਨੂੰ ਸੰਭਾਲਣ ਦਾ ਯਤਨ ਕਰੀਏ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਬੇਨਤੀ ਕਰੀਏ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਇਤਿਹਾਸ ਸਾਡੀ ਜਥਾ ਕਹਿ ਰਿਹਾ ਸੀ, ਸਾਡੀ ਵੀ ਡਿਊਟੀ ਇਤਿਹਾਸ ਹੀ ਕਹਿਣ ਦੀ ਹੈ, ਕਿਉਂਕਿ ਗੁਰਬਾਣੀ ਤੇ ਇਤਿਹਾਸ ਦਾ ਸੁਮੇਲ ਹੈ। ਗੁਰਬਾਣੀ ਸਾਡੀ ਆਤਮਾ ਨੂੰ ਬਲਵਾਨ ਕਰਦੀ ਹੈ ਔਰ ਇਤਿਹਾਸ ਸਾਡੇ ਜਜ਼ਬਾਤਾਂ ਨੂੰ ਜਵਾਨੀ ਦਿੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਸਾਹਮਣੇ ਸ਼ਜਦ ਮੁਹੰਮਦ ਲਤੀਫ ਨੇ ਕਿਹਾ ਸੀ, ਦੀ ਡੈਥ ਆਫ ਗੁਰੂ ਅਰਜਨ ਇਜ਼ ਏ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਸਿੱਖ ਹਿਸਟਰੀ। ਭਾਵ ਸਿੱਖ ਲਹਿਰ ਇੱਕ 90 ਡਿਗਰੀ ਦਾ ਮੋੜ ਕੱਟਦੀ ਹੈ ਗੁਰੂ ਨਾਨਕ ਤੋਂ 136 ਸਾਲ ਬਾਅਦ, ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ। ਤੁਸੀਂ ਜਰੂਲੇਸ਼ਮ ਚਲੇ ਜਾਓ, ਮੱਕੇ ਚਲੇ ਜਾਓ, ਹਿੰਦੂਆਂ ਦੇ ਕਿਸੇ ਵੱਡੇ ਤੀਰਥ ਤੇ ਚਲੇ ਜਾਓ, ਤੁਹਾਨੂੰ ਇਸ ਤਰ੍ਹਾਂ ਦਾ ਸੁਮੇਲ ਨਹੀਂ ਮਿਲੇਗਾ ਜਿੱਥੇ ਇੱਕ ਪਾਸੇ ਰੂਹਾਨੀਅਤ ਦੀ ਵਰਖਾ ਹੋ ਰਹੀ ਹੋਵੇ ਤੇ ਦੂਸਰੇ ਪਾਸੇ ਕੌਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਵਾਲਾ ਪੰਚਮ ਝੂਲ ਰਿਹਾ ਹੋਵੇ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ। ਪਰ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਸੀ ਜੋੜੀ ਧਰਮ ਨਾਲ ਜਿਸ ਤਰ੍ਹਾਂ ਦੀ ਅੱਜ ਬਣ ਗਈ ਹੈ। ਨਾ ਉਹਦੇ ਵਿੱਚ ਕਰਪਸ਼ਨ ਸੀ, ਨਾ ਉਹਦੇ ਵਿੱਚ ਆਪਣੇ ਪਰਿਵਾਰ ਨੂੰ ਪਾਲਣ ਦੀ ਮਨਸ਼ਾ ਸੀ, ਨਾ ਉਹਦੇ ਵਿੱਚ ਬੇਈਮਾਨੀ ਸੀ। ਜਿਸ ਤਰ੍ਹਾਂ ਦਾ ਧਰਮ ਪਵਿੱਤਰ ਸੀ ਉਸ ਤਰ੍ਹਾਂ ਦੀ ਸੀ ਉਹ ਰਾਜਨੀਤੀ ਸੀ ਜਿਹੜੀ ਛੇਵੇਂ ਪਾਤਸ਼ਾਹ ਨੇ ਜੋੜੀ। ਉਹਦਾ ਦੋ ਮਨੋਰਥ ਸੀ, ਇੱਕ ਆਪਣੀ ਰੱਖਿਆ ਕਰਨੀ, ਭਾਵ ਕੋਈ ਤੁਹਾਨੂੰ ਨਾਮ ਜਪਦਿਆਂ ਵੀ ਪਰੇਸ਼ਾਨ ਨਾ ਕਰੇ, ਤੇ ਦੂਸਰਾ ਉਹਦਾ ਮਕਸਦ ਸੀ ਕਿ ਜੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਸੇ ਗਰੀਬ ਦੀ ਕੋਈ ਤਗੜਾ ਪੱਤ ਲਾ ਰਿਹਾ ਹੈ ਤੇ ਗਰੀਬ ਦਾ ਤਮਾਸ਼ਾ ਨਾ ਵੇਖੋ, ਉਹਦਾ ਪੱਖ ਲੈ ਕੇ ਉਹਦੇ ਨਾਲ ਜੂਝਣ ਦੀ ਹਿੰਮਤ ਰੱਖੋ। ਤੇ ਜੇ ਇਸ ਤਰ੍ਹਾਂ ਕਰਦਿਆਂ ਤੁਹਾਡਾ ਜਾਨ ਵੀ ਚਲੀ ਜਾਏ ਤੇ ਸਮਝੋ ਤੁਸੀਂ ਕਿਸੇ ਕਾਰਜ ਵਿੱਚ ਆਪਣਾ ਹਿੱਸਾ ਪਾ ਲਿਆ। ਤਾਂ ਜਿਹੜੀ ਸਟੋਰੀ ਸ਼ੁਰੂ ਕੀਤੀ ਸੀ ਉਹ 1763 ਦੀ ਵਿਸਾਖੀ ਦੀ ਸੀ ਔਰ ਇੱਕ ਪੰਡਤ ਦੁਖੀ ਹੋ ਕੇ ਖਾਲਸੇ ਦੇ ਦਰਬਾਰ ਵਿੱਚ ਆਉਂਦਾ। ਉਹਦੀ ਬੇਨਤੀ ਦਾ ਮਜਬੂਨ ਇਹ ਆ ਵੀ ਮੇਰੀ ਇੱਜ਼ਤ ਲੁੱਟ ਲਈ ਹੈ ਤੇ ਇੱਜ਼ਤ ਲੁੱਟੀ ਹੈ ਕਸੂਰ ਦੇ ਪਠਾਣਾ ਨੇ। ਹੁਣ ਖਾਲਸੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਉਸ ਗਰੀਬ ਬਾਹਮਣ ਦੇ ਅਥਰੂ ਪੂੰਝਣ ਵਾਸਤੇ ਘੋੜਿਆਂ ਤੇ ਕਾਠੀਆਂ ਪਾ ਕੇ ਅਕਾਲ ਅਕਾਲ ਦੇ ਜਕਾਰੇ ਲਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਉਸ ਪਾਵਨ ਪਵਿੱਤਰ ਧਰਤੀ ਤੋਂ, ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸ ਪਾਵਨ ਸਰਜਮੀ ਤੋਂ, ਜਿਵੇਂ ਉਸ ਹਿੰਦੂ ਦੇ ਅਥਰੂ ਪੂੰਝਣ ਵਾਸਤੇ ਉਹ ਅੰਮ੍ਰਿਤਸਰ ਦੀ ਧਰਤੀ ਤੋਂ ਤੁਰੇ ਰਵਾਨਾ ਹੋਏ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਰਖ ਸਤਿਗੁਰ ਤੇ ਪਰਵਾਸਾ, ਸਿੰਘ ਤੁਰ ਪਏ ਕਰ ਅਰਦਾਸਾ, ਜਾਵੇ ਕਿਉਂ ਪੰਡਤ ਨਰਾਸਾ, ਬੈਰੀ ਨੂੰ ਮਜਾ ਚਖਾਉਣ ਚੱਲੇ, ਸਿੰਘ ਅਬਲਾ ਫੜੀ ਛਡਾਉਣ ਚੱਲੇ। ਕਿਲਿਆਂ ਤੋਂ ਖੋਲੇ ਰਾਕੀ, ਸਿੰਘ ਚੜ ਪਏ ਮਾਰ ਪਲਾਕੀ, ਕਹਿੰਦੇ ਨਹੀਂ ਛੱਡਣੀ ਬਾਕੀ, ਵੇਖਾਂਗੇ ਜਿਗਰੇ ਖਾਨਾ ਦੇ, ਰਣ ਚੜ ਪਏ ਕਟਕ ਜਵਾਨਾਂ ਦੇ। ਸਤਿਗੁਰ ਤੇ ਪਰਵਾਸਾ, ਸਿੰਘ ਤੁਰ ਪਏ ਕਰ ਅਰਦਾਸਾ, ਜਾਵੇ ਕਿਉਂ ਪੰਡਤ ਨਰਾਸਾ, ਬੈਰੀ ਨੂੰ ਮਜਾ ਚਖਾਉਣ ਚੱਲੇ, ਸਿੰਘ ਅਬਲਾ ਫੜੀ ਛਡਾਉਣ ਚੱਲੇ। ਕਿਲਿਆਂ ਤੋਂ ਖੋਲੇ ਰਾਕੀ, ਸਿੰਘ ਚੜ ਪਏ ਮਾਰ ਪਲਾਕੀ, ਕਹਿੰਦੇ ਨਹੀਂ ਛੱਡਣੀ ਬਾਕੀ, ਵੇਖਾਂਗੇ ਜਿਗਰੇ ਖਾਨਾ ਦੇ, ਰਣ ਚੜ ਪਏ ਕਟਕ ਜਵਾਨਾਂ ਦੇ। ਭਲੇ ਦੀ ਧਰ ਕੇ ਬਈ ਦਿਲ ਟੇਕ, ਭਲੇ ਦੀ ਧਰ ਕੇ ਨਹੀਂ ਸਿੱਖਿਆ ਜਿਉਣਾ ਡਰ ਕੇ, ਕਹਿੰਦੇ ਨਹੀਂ ਮੁੜਨਾ ਹਰ ਕੇ, ਤੇ ਗਾਂ ਦੇ ਕਾਲ ਨਚਾਉਣ ਚੱਲੇ, ਸਿੰਘ ਅਬਲਾ ਫੜੀ ਛਡਾਉਣ ਚੱਲੇ। ਰਣਨਾਦ ਖੜਕਦੇ ਜੰਗੀ, ਰਣਨਾਦ ਖੜਕਦੇ ਜੰਗੀ, ਜਿਗ ਜਾਨ ਸੂਲੀ ਤੇ ਟੰਗੀ, ਜਉ ਧਰਤ ਲਹੂ ਨਾਲ ਰੰਗੀ, ਦਿਲ ਕੰਬਦੇ ਸੀ ਅਸਮਾਨਾਂ ਦੇ, ਰਣ ਚੜ ਪਏ ਕਟਕ ਜਵਾਨਾਂ ਦੇ। ਨਾਗ ਜ਼ਰੀਲੇ ਤੇ ਬਿਜਲੀ ਤੋਂ ਵੱਧ ਪਰਤੀਲੇ, ਰਤ ਪੀਨੇ ਨਾਗ ਜ਼ਰੀਲੇ, ਬਿਜਲੀ ਤੋਂ ਵੱਧ
ਰਤੀਲੇ ਕਈ ਗੱਭਰੂ ਸ਼ੈਲ ਸ਼ਬੀਲੇ ਬਨ ਗਾਨੇ ਮੌਤ ਵਿਉਣ ਚੱਲੇ ਸਿੰਘ ਅਬਲਾ ਫੜੀ ਛਡਾਉਣ ਚੱਲੇ ਸਿਰ ਕਸ਼ਟ ਕਿਸੇ ਲਈ ਜਰਦੇ ਲੱਖ ਕਫਨ ਜਨਾਵਾ ਤਰਦੇ ਜਾਂਦੇ ਸੀ ਚੁੰਗੀਆਂ ਭਰਦੇ ਜੇ ਤੂੰ ਕਈ ਮਰਦ ਮਦਾਨਾ ਦੇ ਰਣ ਚੜ ਪਏ ਕਟਕ ਜਵਾਨਾਂ ਦੇ ਧਰਤੀ ਦਾ ਸੀਨਾ ਧੜਕੇ ਬਈ ਧਰਤੀ ਦਾ ਸੀਨਾ ਧੜਕੇ ਜਦ ਤੁਰੇ ਜੁਝਾਰੂ ਚੜ ਕੇ ਜੰਗ ਪਰ ਉਪਕਾਰ ਦੀ ਲੜ ਕੇ ਇੱਕ ਨਵਾਂ ਇਤਿਹਾਸ ਰਚਾਉਣ ਚੱਲੇ ਸਿੰਘ ਅਬਲਾ ਫੜੀ ਛਡਾਉਣ ਚੱਲੇ ਰਣ ਵੇਖ ਚੜਦੀਆਂ ਵਾਰਾਂ ਰਣ ਵੇਖ ਚੜਦੀਆਂ ਵਾਰਾਂ ਘਰ ਘਰ ਵੱਜੀਆਂ ਲਲਕਾਰਾਂ ਸੰਗ ਰਲ ਗਏ ਵੀਰ ਹਜ਼ਾਰਾਂ ਚੁਗਤੇ ਗਾ ਪੁੱਤ ਕਰਸਾਨਾਂ ਦੇ ਰਣ ਚੜ ਪਏ ਕਟਕ ਜਵਾਨਾਂ ਦੇ ਗਿਣਤੀ ਪਾਰੀ ਨਹੀਂ ਡਰਦੇ ਮੌਤ ਵਪਾਰੀ ਪਈ ਪਿੰਜਰੇ ਗੂੰਜ ਵਿਚਾਰੀ ਬਾਜਾਂ ਤੋਂ ਮੁਕਤ ਕਰਾਉਣ ਚੱਲੇ ਸਿੰਘ ਅਬਲਾ ਫੜੀ ਛਡਾਉਣ ਚੱਲੇ ਜੋ ਚੜੇ ਸਿੰਘਾਂ ਦਲ ਭਾਰੇ ਸੁਣ ਸੁਣ ਕੇ ਜੰਗੀ ਨਾਰੇ ਪੁੱਤ ਕਲਗੀਧਰ ਦੇ ਪਿਆਰੇ ਕਰਦੇ ਨਹੀਂ ਲਾਲਚ ਦਾਨਾਂ ਦੇ ਰਣ ਚੜ ਪਏ ਕਟਕ ਜਵਾਨਾਂ ਦੇ ਦਵੇ ਦੁਹਾਈ ਕੁੱਲ ਦੁਨੀਆ ਦਵੇ ਦੁਹਾਈ ਜੋ ਖਾਨਾ ਆਤਮ ਚਾਈ ਕਰ ਅਣਖੀ ਸ਼ੇਰ ਚੜਾਈ ਰਾਵਣ ਦੀ ਲੰਕਾ ਢਾਉਣ ਚੱਲੇ ਸਿੰਘ ਅਬਲਾ ਫੜੀ ਛਡਾਉਣ ਚੱਲੇ ਕੱਟਣ ਲਈ ਜ਼ੁਲਮ ਜੰਜੀਰਾਂ ਕੱਟਣ ਲਈ ਜ਼ੁਲਮ ਜੰਜੀਰਾਂ ਸਿੰਘ ਲੈ ਤਿੱਖੀਆਂ ਸ਼ਮਸ਼ੀਰਾਂ ਰਣ ਚੜ ਪਏ ਕੱਤ ਵਹੀਰਾਂ ਚੜਦੇ ਜਿਉਂ ਵੇਗ ਤੂਫਾਨਾਂ ਦੇ ਰਣ ਚੜ ਪਏ ਕਟਕ ਜਵਾਨਾਂ ਦੇ ਕਾਫਲੇ ਚੜ ਕੇ ਬਈ ਤੁਰ ਪਏ ਕਾਫਲੇ ਚੜ ਕੇ ਪਿਆ ਦਿਲ ਹੋਣੀ ਦਾ ਧੜਕੇ ਵਿੱਚ ਸ਼ਹਿਰ ਕਸੂਰ ਦੇ ਵੜ ਕੇ ਗੋਲੀ ਨਾਲ ਮੀਂਹ ਬਰਸਾਉਣ ਚੱਲੇ ਸਿੰਘ ਅਬਲਾ ਫੜੀ ਛਡਾਉਣ ਚੱਲੇ ਚਾਰ ਚੁਫੇਰਿਓ ਘੇਰਾ ਚਾਰ ਚੁਫੇਰਿਓ ਘੇਰਾ ਲੈ ਮੱਲ ਮੋਰਚੇ ਸ਼ੇਰਾ ਜੋਗਾ ਸਿਆ ਵੇਖ ਦਲੇਰਾ ਸਿਰ ਵੱਢਣੇ ਕਿਵੇਂ ਸ਼ੈਤਾਨਾਂ ਦੇ ਰਣ ਚੜ ਪਏ ਕਟਕ ਜਵਾਨਾਂ ਦੇ ਖਾਲਸਾ ਜੀ ਹਿੰਦੂ ਧਰਮ ਨਾਲ ਸੰਬੰਧਿਤ ਇੱਕ ਦੇਵੀ ਦੀ ਅਜ਼ਮਤ ਨੂੰ ਬਚਾਉਣ ਵਾਸਤੇ ਖਾਲਸਾ ਪੰਥ ਹਰਕਤ ਵਿੱਚ ਆਇਆ ਤੇ ਕਸੂਰ ਪਹੁੰਚ ਗਿਆ। ਕਸੂਰ ਬੜਾ ਵੱਡਾ ਸ਼ਹਿਰ ਸੀ ਉਸ ਵੇਲੇ। ਇਤਿਹਾਸ ਤੱਥ ਤਾਂ ਨਹੀਂ ਮਿਲਦੇ, ਇਤਿਹਾਸ ਪਰੰਪਰਾਗਤ ਇਹ ਰਵਾਇਤ ਹੈ ਕਿ ਇਹ ਰਾਮਚੰਦਰ ਜੀ ਦੇ ਬੇਟੇ ਕਸੂਰ ਨੇ ਵਸਾਇਆ ਔਰ ਅਗਵਾਈ ਕਰ ਰਿਹਾ ਸੀ ਸਰਦਾਰ ਹਰੀ ਸਿੰਘ ਭੰਗੀ, ਉਹਦੇ ਨਾਲ ਜੱਸਾ ਸਿੰਘ ਰਾਮਗੜੀਆ, ਜੈ ਸਿੰਘ ਕਨ੍ਹਈਆ ਤੇ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ। ਸਾਰੇ ਹੀ ਬਹਾਦਰ ਲੋਕ ਸਨ ਔਰ ਇਹਨਾਂ ਦਾ ਮਿਸ਼ਨ ਬੜਾ ਪਵਿੱਤਰ ਸੀ। ਤੁਸੀਂ ਪੜ੍ਹਦੇ ਹੋ ਸਾਡੇ ਦੇਸ਼ ਵਿੱਚ ਦੋ ਕਰੈਕਟਰ ਨੇ, ਇੱਕ ਰਾਮ ਦਾ ਇੱਕ ਰਾਵਣ ਦਾ। ਛੋਟੇ ਸ਼ਬਦਾਂ ਵਿੱਚ ਰਾਵਣ ਨੂੰ ਖਲਨਾਇਕ ਪੇਸ਼ ਕੀਤਾ ਜਾਂਦਾ ਜਦਕਿ ਰਾਮ ਨੂੰ ਹੀਰੋ ਪੇਸ਼ ਕੀਤਾ ਜਾਂਦਾ। ਸਟੋਰੀ ਰਾਵਣ ਤੋਂ ਸੀਤਾ ਨੂੰ ਰਾਮ ਛੁਡਾ ਕੇ ਲੈ ਕੇ ਆਉਂਦਾ। ਸਾਡੇ ਦੇਸ਼ ਦੇ ਲੋਕ ਦੀਪਮਾਲਾ ਕਰਦੇ ਨੇ, ਦੀਵਾਲੀ ਦੀ ਪ੍ਰਥਾ ਆਰੰਭ ਹੁੰਦੀ ਹੈ। ਰਿਸ਼ਤੇ ਵਿੱਚ ਰਾਮ ਦੀ ਘਰਵਾਲੀ ਹੈ ਸੀਤਾ ਔਰ ਆਪਦੀ ਨਿੱਜੀ ਰਿਸ਼ਤੇਦਾਰੀ ਨੂੰ ਪਾਲਦਾ ਹੈ। ਘਰ ਦਾ ਭੇਤੀ ਲੰਕਾ ਢਵਾ ਦਿੰਦਾ ਤੇ ਰਾਮ ਦੀਆਂ ਜੈ-ਜੈਕਾਰ। ਜੇ ਸੀਤਾ ਦੀ ਜਗ੍ਹਾ ਕੋਈ ਅਬਲਾ ਐਸੀ ਹੁੰਦੀ, ਉਹਦਾ ਰਿਸ਼ਤਾ ਰਾਮਚੰਦਰ ਨਾਲ ਨਾ ਜੁੜਦਾ ਹੁੰਦਾ, ਫਿਰ ਰਾਮਚੰਦਰ ਦਾ ਕਰੈਕਟਰ ਕੀ ਹੁੰਦਾ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਇੱਥੇ ਗੁਰੂ ਕਾ ਪੰਥ ਖਾਲਸਾ ਤ੍ਰੇਤੇ ਯੁੱਗ ਦੇ ਅਵਤਾਰ ਨਾਲੋਂ ਵੀ ਵੱਡਾ ਮਿਸ਼ਨ ਸਾਹਮਣੇ ਰੱਖ ਕੇ ਜਾ ਰਿਹਾ ਹੈ, ਕਿਉਂਕਿ ਜਿਹੜੀ ਧੀ ਦੀ ਇੱਜ਼ਤ ਉਹਨਾਂ ਬਚਾਉਣੀ, ਉਹਦੇ ਨਾਲ ਉਹਨਾਂ ਦਾ ਬਲੱਡ ਰਿਲੇਸ਼ਨ ਕੋਈ ਨਹੀਂ, ਕੋਈ ਰਿਸ਼ਤੇਦਾਰੀ ਨਹੀਂ ਹੈ, ਕੇਵਲ ਦੇਸ਼ ਦੀ ਇੱਜ਼ਤ ਹੈ ਔਰ ਇੱਕ ਗਰੀਬ ਦੀ ਇੱਜ਼ਤ ਆਬਰੂ ਦਾ ਸਵਾਲ ਹੈ। ਇਹ ਨਹੀਂ ਕਿ ਸਾਡੀ ਕੀ ਲੱਗਦੀ ਹੈ, ਸਵਾਲ ਇਹ ਹੈ ਉਹ ਸਾਡੀ ਸ਼ਰਨ ਆਇਆ ਹੈ। ਉਹਨੇ ਸਾਡੇ ਕੋਲ ਤਰਲਾ ਮਾਰਿਆ
ਕੀ ਇਸ ਤੋਂ ਵੱਡਾ ਸਰਬੱਤ ਦੇ ਭਲੇ ਦਾ ਮਿਸ਼ਨ ਕੋਈ ਕੌਮ ਦੇ ਅੰਦਰ ਵੇਖ ਸਕਦੇ ਹੋ ਤੁਸੀਂ? ਅੱਜ ਕੇਵਲ ਅਸੀਂ ਲੰਗਰਾਂ ਦੀ ਗੱਲ ਕਰੀ ਜਾਂਦੇ ਹਾਂ, ਕਿਉਂਕਿ ਅੱਜ ਲੋੜ ਹੀ ਲੰਗਰਾਂ ਦੀ ਹੈ। ਪਰ ਇਤਿਹਾਸ ਦੇ ਵਰਕੇ ਫੋਲ ਕੇ ਵੇਖੋ, ਕੱਲੇ ਲੰਗਰ ਹੀ ਨਹੀਂ ਲਾਏ, ਸਿੰਘਾਂ ਨੇ ਬਗਾਨਿਆਂ ਧੀਆਂ ਦੀ ਖਾਤਰ ਸਿਰ ਵੀ ਵਾਰੇ ਨੇ ਪਰਉਪਕਾਰ ਦੀ ਖਾਤਰ। ਔਰ ਕਸੂਰ ਦੀ ਜੂਹ ਵਿੱਚ ਜਾ ਕੇ ਸਰਦਾਰ ਹਰੀ ਸਿੰਘ ਭੰਗੀ ਸਾਹਮਣੇ ਖਲੋ ਗਿਆ, ਚਰਨ ਸਿੰਘ ਉਹਦੇ ਨਾਲ ਸੀ। ਕੌਮ ਦੇ ਮਰਦਾਂ ਨੇ ਪੁੱਛਿਆ ਹੁਣ ਕੀ ਘਾਟਾ ਹੈ? ਹੁਣ ਤਾਂ ਇਸ਼ਕ ਦਾ ਜਲਵਾ ਆਪਣੇ ਚਰਮ ਸੀਮਾ ਉੱਤੇ ਹੈ, ਅਰਦਾਸਾਂ ਹੋ ਚੁੱਕੀਆਂ ਨੇ, ਸ਼ਹਾਦਤਾਂ ਦੇ ਚਾਅ ਚੜੇ ਨੇ, ਗਾਨੇ ਵੱਜ ਗਏ ਨੇ। ਉਹ ਕਸੂਰ ਹੈ ਜਿੱਥੇ ਉਹ ਦੇਵੀ ਤੜਫ ਤੜਫ ਕੇ ਆਵਾਜ਼ਾਂ ਮਾਰ ਰਹੀ ਹੈ। ਇਸ ਦੇਸ਼ ਵਿੱਚ ਕੋਈ ਰਾਮਚੰਦਰ ਦਾ ਵਾਰਿਸ, ਕੋਈ ਬਹਾਦਰ ਨਹੀਂ ਰਿਹਾ ਜਿਹੜਾ ਮੇਰੀ ਇੱਜ਼ਤ ਇਹਨਾਂ ਲਟੇਰਿਆਂ ਤੋਂ ਬਚਾ ਸਕੇ। ਖਾਲਸਾ ਜੀ ਹੁਣ ਕਿਉਂ ਰੋਕ ਰਹੇ ਹੋ? ਸਰਦਾਰ ਹਰੀ ਸਿੰਘ ਨੇ ਆਖਿਆ, ਕੇਵਲ ਇੱਕ ਕੰਮ ਕਰਕੇ ਮੈਂ ਧਰਤੀ ਤੇ ਲੀਹ ਕਮਾਉਣ ਲੱਗਾ। ਅਜੇ ਵੀ ਤੁਹਾਡੇ ਵਿੱਚੋਂ ਕਿਸੇ ਦੇ ਦਿਲ ਵਿੱਚ ਘਰਦਿਆਂ ਪ੍ਰਤੀ, ਆਪਣੇ ਪਰਿਵਾਰ ਪ੍ਰਤੀ, ਆਪਣੀ ਜ਼ਮੀਨ ਪ੍ਰਤੀ, ਆਪਣੀ ਜ਼ਿੰਦਗੀ ਪ੍ਰਤੀ ਕੋਈ ਮੋਹ ਹੋਵੇ ਤੇ ਇੱਥੋਂ ਵਾਪਸ ਮੁੜ ਜਾਓ। ਇਹ ਲੀਕ ਉਹ ਟੱਪੇ ਜਿਨਨੇ ਉਸ ਧੀ ਦੀ ਇੱਜ਼ਤ ਬਚਾਉਣ ਵਾਸਤੇ ਜਾਨ ਤਲੀ ਤੇ ਰੱਖਣੀ ਹੈ। ਇਹਦਾ ਕਾਰਨ ਕੱਲ ਨੂੰ ਇਤਿਹਾਸ ਲਿਖਿਆ ਜਾਏਗਾ ਤੇ ਲਿਖਣ ਵਾਲੇ ਇਹ ਨਾ ਲਿਖਣ ਵੀ ਖਾਲਸੇ ਗਏ ਤੇ ਬੜੀ ਚੜ੍ਹਦੀ ਕਲਾ ਨਾਲ ਤੇ ਕਸੂਰ ਦੇ ਪਠਾਣਾਂ ਦੀਆਂ ਤਲਵਾਰਾਂ ਨੂੰ ਵੇਖ ਕੇ ਪਿੱਛੇ ਨੂੰ ਭੱਜਦੇ ਵੇਖੇ ਗਏ। ਮੈਂ ਇਤਿਹਾਸ ਉਹ ਲਿਖਣਾ ਜਿਹੜਾ ਲਹੂ ਨਾਲ ਰੰਗਿਆ ਹੋਵੇ। ਖਾਲਸਾ ਜੀ ਇਹ ਗੱਲ ਸੁਣ ਕੇ ਜੁਝਾਰੂ ਖਾਲਸੇ ਦੇ ਰੋ ਰੋ ਵਿੱਚ ਅਣਖ ਦੀ ਜਵਾਲਾ ਮੱਚ ਉੱਠੀ ਔਰ ਇੱਕ ਦੂਜੇ ਤੋਂ ਵੱਧ ਕੇ ਮਰਨ ਵਾਸਤੇ ਤਿਆਰ ਹੋ ਪਏ। 15,000 ਬੰਦਾ ਉਹ ਲੈ ਕੇ ਤੁਰਿਆ ਸੀ, ਕਸੂਰ ਤੱਕ 24,000 ਹੋ ਗਿਆ। ਜਿਹੜੇ ਨਹੀਂ ਵੀ ਉਹਦੇ ਦਲ ਪੰਥ ਦੇ ਮੈਂਬਰ ਸੀ ਉਹ ਵੀ ਤਲਵਾਰਾਂ ਫੜ ਕੇ ਲੜਨ ਨੂੰ ਤਿਆਰ ਹੋ ਪਏ। ਧਰਤੀ ਉੱਤੇ ਲੀਕ ਵਾ ਕੇ ਉਸ ਕੌਮ ਦੇ ਜਥੇਦਾਰ ਨੇ ਕਸੂਰ ਨੂੰ ਫਤਿਹ ਕਰਨ ਵਾਸਤੇ ਜਿਵੇਂ ਆਪਣੀ ਕੌਮ ਨੂੰ ਲਲਕਾਰ ਕੇ ਮੌਤ ਦੀ ਹਿੱਕ ਉੱਤੇ ਨਚਾ ਦਿੱਤਾ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਸਾਰੀ ਫੌਜ ਨੂੰ ਇਕੱਠਿਆਂ ਕਰਕੇ, ਸਾਰੀ ਫੌਜ ਨੂੰ ਇਕੱਠਿਆਂ ਕਰਕੇ ਦੋਹਾਂ ਸਰਦਾਰਾਂ ਨੇ ਹਰੀ ਸਿੰਘ ਨੇ ਮਿਆਨ ਤੇ ਖਿੱਚ ਕੇ ਧਰਤੀ ਤੇ ਲੀਕ ਮਾਰਤੀ ਟੱਪੇ ਲੀਕ ਨੂੰ ਜੋ ਮਰਦ ਕਹਾਉਂਦਾ, ਟੱਪੇ ਲੀਕ ਨੂੰ ਜੋ ਮਰਦ ਕਹਾਉਂਦਾ, ਜਿੰਦ ਨਹੀਂ ਪਿਆਰੀ ਜਿਸ ਨੂੰ ਸੱਜਣਾ ਅਜੇ ਵੀ ਪਿਛਾਂ ਮੁੜ ਜਾਓ ਜਿੰਨੇ ਭੱਜਣਾ। ਸਾਰੀ ਫੌਜ ਨੂੰ ਇਕੱਠਿਆਂ ਕਰਕੇ ਬਈ, ਸਾਰੀ ਫੌਜ ਨੂੰ ਇਕੱਠਿਆਂ ਕਰਕੇ ਦੋਹਾਂ ਸਰਦਾਰਾਂ ਨੇ ਹਰੀ ਸਿੰਘ ਨੇ ਮਿਆਨੋਂ ਤੇ ਖਿੱਚ ਕੇ ਧਰਤੀ ਤੇ ਲੀਕ ਮਾਰਤੀ ਟੱਪੇ ਲੀਕ ਨੂੰ ਜੋ ਮਰਦ ਕਹਾਉਂਦਾ, ਟੱਪੇ ਲੀਕ ਨੂੰ ਜੋ ਮਰਦ ਕਹਾਉਂਦਾ, ਜਿੰਦ ਨਹੀਂ ਪਿਆਰੀ ਜਿਸ ਨੂੰ ਸੱਜਣਾ ਅਜੇ ਵੀ ਪਿਛਾਂ ਮੁੜ ਜਾਓ ਜਿੰਨੇ ਭੱਜਣਾ। ਆ ਕੇ ਨਗਾਰੇ ਚੋਟ ਮਾਰਤੀ ਗੁਰੂ ਦੇ ਦਿਲਾਰਿਆਂ ਨੇ। ਜਦੋਂ ਜੰਗ ਦਾ ਬਿਗਲ ਸੀ ਵੱਜਿਆ, ਹੋ ਗਿਆ ਗਰਮ ਖਾਲਸਾ ਦਲ ਪਖਣੀ ਮੋਢਿਓਂ ਲਾ ਕੇ, ਦਲ ਪਖਣੀ ਮੋਢਿਓਂ ਲਾ ਕੇ ਕੜ ਫੇਰ ਸੂਰਮੇ ਖੋਲਿਆ ਛੱਡ ਕੇ ਜਕਾਰਾ ਸੂਰਮੇ ਹੱਲਾ ਬੋਲਿਆ। ਉੱਪਰ ਦੀ ਜਾਵੇ ਬਈ, ਸੰਨ ਬੀਤਦਾ ਉੱਪਰ ਦੀ ਜਾਵੇ 1763 ਈਸਵੀ। ਹੱਲਾ ਖਾਲਸੇ ਕਸੂਰੀ ਉੱਤੇ ਕੀਤਾ ਮਹੀਨਾ ਸੀ ਵਿਸਾਖ ਜਾ ਰਿਹਾ। ਜਦੋਂ ਦਿਨ ਦੇ 11 ਵੱਜ ਗਏ, ਜਦੋਂ ਦਿਨ ਦੇ 11 ਵੱਜ ਗਏ, ਮੁਗਲਾਂ ਦੇ ਨਾਲ ਸੂਰਮੇ ਜੁੱਟ ਪਏ ਖਾਲਸੇ ਕਸੂਰ ਸ਼ਹਿਰ ਦੇ ਉੱਤੇ ਟੁੱਟ ਪਏ। ਕਹਿਰ ਦੀ ਗਰਮੀ ਬੜੀ ਧੁੱਪ ਸੀ ਕਹਿਰ ਦੀ ਗਰਮੀ, ਟਾਈਮ ਸੀ 11 ਵਜੇ ਦਾ, ਸੁੱਤੇ ਪਏ ਸੀ ਕਸੂਰ ਬੱਜੇ ਸਾਰੇ ਵਿੱਚ ਤੇ ਖਾਨਿਆਂ ਦੇ। ਆਈ ਹੋਸ਼ ਤੇ ਮਾਰਦੇ ਨਾਰੇ, ਆਈ ਹੋਸ਼ ਤੇ ਮਾਰਦੇ ਨਾਰੇ, ਨਾਲ ਸੀ ਪਠਾਨ ਸਿੰਘਾਂ ਦੇ ਟੱਕਰੇ
ਕਿਸੇ ਨੇ ਕੋਈ ਜ਼ੋਰ ਨਾਲ ਤੇਗਾ ਮਾਰਦੇ ਕੋਈ ਕਰਦਾ ਵਾਰ ਕੋਈ ਰੋਕੇ ਸੂਰਮੇ ਬਲੱਥੇਬਾਜ਼ ਸੀ ਜਿਹੜਾ ਡਿੱਗ ਪਏ ਫੇਰ ਨਹੀਂ ਉੱਠਦਾ, ਜਿਹੜਾ ਡਿੱਗ ਪਏ ਫੇਰ ਨਹੀਂ ਉੱਠਦਾ, ਜਿਸ ਦੇ ਕਰਮ ਮਿੱਤਰ ਹਾਰਦੇ ਸੂਰਮੇ ਪਰੌਣੇ ਜਾਪਦੇ ਪਲ ਚਾਰਦੇ। ਸਿੰਘ ਤੇ ਚੜਤ ਸਿੰਘ ਦੋਵੇਂ ਹਰੀ ਸਿੰਘ ਤੇ ਚੜਤ ਸਿੰਘ ਦੋਵੇਂ ਕਹਿੰਦੇ ਉਸਮਾਨ ਖਾਨ ਨੂੰ ਨਾਰ ਬੇਪਦੀ ਚੰਡਾਲਾ ਖੋ ਕੇ ਮੌਤ ਨੂੰ ਭੁਲਾਈ ਫਿਰਦਾ ਕਹਿੰਦਾ ਲੋਰੀਆ ਫੈਸਲੇ ਕਰਨੇ, ਕਹਿੰਦਾ ਲੋਰੀਆ ਫੈਸਲੇ ਕਰਨੇ, ਵੱਡਾ ਤਲਵਾਰਾਂ ਨਾਲ ਮੈਂ ਕੰਡੀਆਂ ਬੇਗਮਾ ਕਸੂਰ ਦੀਆਂ ਮੈਂ ਕਰੂੰ ਰੰਡੀਆਂ। ਅਸਲ ਵਿੱਚ ਖਾਲਸਾ ਜੀ ਜ਼ੁਲਮ ਉਹ ਕਰਦਾ ਜਿਹਦੇ ਕੋਲ ਤਾਕਤ ਹੋਵੇ। ਤਾਕਤ ਪਾ ਕੇ ਕੋਈ ਜਾਬਰ ਬਣ ਜਾਏ ਤੇ ਫਿਰ ਉਸ ਜਾਬਰ ਦਾ ਮੂੰਹ ਭੰਨਣ ਵਾਸਤੇ ਖਾਲਸੇ ਦੀ ਡਿਊਟੀ ਲਾਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ। ਜਿਹੜਾ ਛੰਦ ਤੁਸੀਂ ਸੁਣਿਆ ਮੇਰੇ ਸਾਹਮਣੇ ਸਿੱਖ ਜਗਤ ਦੇ ਸਰਮੌਰ ਢਾਡੀ ਗਿਆਨੀ ਝੂਟ ਸਿੰਘ ਜੀ ਬੈਠੇ ਨੇ, ਇਹਨੂੰ ਆਪਾਂ ਗੱਡੀ ਜੱਗਾ ਕਹਿੰਦੇ। ਢਾਡੀ ਕਲਾ ਦੇ ਇਤਿਹਾਸ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਤੋਂ ਵੱਧ ਗੱਡੀਆਂ ਕਿਸੇ ਨੇ ਨਹੀਂ ਲਿਖੀਆਂ, ਔਰ 4 ਉਹਨਾਂ ਦੀਆਂ ਕਿਤਾਬਾਂ ਨੇ ਮੇਰੀਆਂ ਢਾਡੀ ਵਾਰਾਂ 4 ਭਾਗ ਉਹਦੇ ਵਿੱਚ ਉਹਨੇ ਲੈਕਚਰ ਨਹੀਂ ਦਿੱਤਾ। ਮੈਂ ਗਿਣ ਕੇ ਵੇਖੀਆਂ ਨੇ ਵੀ ਸਭ ਤੋਂ ਵੱਧ ਜਿਹੜੀਆਂ ਗੱਡੀਆਂ ਨੇ ਬਾਪੂ ਸੀਤਲ ਜੀ ਨੇ ਲਿਖੀਆਂ ਨੇ, ਜਾਂ ਇੰਜ ਕਹਿ ਲਓ ਕਿ ਸੀਤਲ ਵਰਗਾ ਢਾਡੀ ਨਾ ਮਾਂ ਨੇ ਕਦੇ ਜੰਮਿਆ ਤੇ ਸ਼ਾਇਦ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਉਸ ਬੰਦੇ ਦੀ ਇੰਨੀ ਦੇਣ ਹੈ। ਪਰ ਮੈਂ ਹੈਰਾਨ ਹੋ ਗਿਆ, ਸ਼੍ਰੋਮਣੀ ਕਮੇਟੀ 'ਚ ਢਾਡੀਆਂ ਦੀ ਭਰਤੀ ਸੀ, ਉਸ ਕਮੇਟੀ ਵਿੱਚ ਮੈਂ ਵੀ ਮੈਂਬਰ ਹਾਂ। ਇੱਕ ਨਵੇਂ ਢਾਡੀ ਨੇ ਭਰਤੀ ਹੋਣਾ ਸੀ, ਉਹਨੂੰ ਮੈਂ ਪੁੱਛਿਆ ਵੀ ਬਾਪੂ ਸੋਹਣ ਸਿੰਘ ਸੀਤਲ ਦੀ ਸਭ ਤੋਂ ਵੱਧ ਕਿਹੜੀ ਕਿਤਾਬ ਵਿਕੀ ਹੈ? ਉਹਨੂੰ ਜਾਣਦਾ? ਕਹਿੰਦਾ ਜੀ ਜਾਣਦਾ, ਲੁਧਿਆਣੇ ਰਹਿੰਦੇ ਅਜੇ ਹੈਗੇ ਨੇ। ਉਹਨੂੰ ਇਹ ਵੀ ਨਹੀਂ ਪਤਾ ਬਾਪੂ ਸੀਤਲ ਜੀ ਨੂੰ ਤੁਰ ਗਏ ਨੂੰ ਕਿੰਨਾ ਚਿਰ ਹੋਇਆ। ਮੈਂ ਕਿਹਾ ਸਿੱਖ ਰਾਜ ਕਿਵੇਂ ਗਿਆ ਤਾਂ ਕਿੰਨੇ ਪੜ੍ਹਨਾ ਹੈ। ਤੋ ਇਹ ਹੈ ਗੱਡੀ ਜੱਗਾ ਸਾਡੇ ਪੰਜਾਬ ਦਾ ਨਾਇਕ, ਜਿਹਦੇ ਬਾਰੇ ਕੁਲਦੀਪ ਮਾਨਕ ਨੇ ਕਿਹਾ ਸੀ ਉਹਨੇ ਮਾਰਿਆ ਲਾਇਲਪੁਰ ਡਾਕਾ, ਪਰ ਉਹ ਡਾਕੇ ਦੇ ਸਾਰੇ ਪੈਸੇ ਉਹਨੇ ਉਸ ਵਕਤ ਦੇ ਬੱਬਰ ਅਕਾਲੀਆਂ ਨੂੰ ਦੇਤੇ ਸੀ, ਕਿਉਂਕਿ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ। ਤੋ ਇਸ ਧੁਨ ਦੇ ਨਾਲ ਇਹਨੂੰ ਜੋੜ ਕੇ ਗੱਡੀ ਜੱਗਾ ਆਖਿਆ ਜਾਂਦਾ। ਖੈਰ ਸਮਾਂ ਨਹੀਂ, ਆਓ ਕਸੂਰ ਉੱਤੇ ਜੰਗ ਆਰੰਭ ਹੋ ਗਈ। ਜੰਗ ਦਾ ਕਾਰਨ ਕੀ ਸੀ? ਉੱਥੋਂ ਦੇ ਹਾਕਮਾਂ ਨੇ ਹਿੰਦੂਆਂ ਦੀ ਧੀ ਚੁੱਕੀ ਸੀ। ਖਾਲਸਾ ਉਹਨੂੰ ਛਡਾਉਣ ਵਾਸਤੇ ਗਿਆ। ਖਾਲਸੇ ਨੇ ਉਹਨੂੰ ਆਖਿਆ ਵੀ ਇਹਨੂੰ ਆਜ਼ਾਦ ਕਰ ਦੇ, ਅਸੀਂ ਤੇਰੇ ਤੇ ਜੰਗ ਨਹੀਂ ਕਰਦੇ, ਤੇਰੇ ਨਾਲ ਲੜਾਈ ਨਹੀਂ ਕਰਦੇ। ਉਹਨੇ ਆਖਿਆ ਖਾਲਸਿਓ ਤੁਸੀਂ ਅਜੇ ਬਾਰ-ਬਾਰ ਹੀ ਲੜਾਈਆਂ ਵੇਖੀਆਂ, ਤੁਹਾਡਾ ਵਾਹ ਉਸਮਾਨ ਖਾਨ ਨਾਲ ਨਹੀਂ ਪਿਆ। ਫਿਰ ਖਾਲਸਾ ਵੀ ਕਦੋਂ ਟਿਕਦਾ? ਇੱਕ ਪਾਸੇ ਕਸੂਰ ਦੇ ਪਠਾਨ, ਇੱਕ ਬੰਨੇ ਸਰਦਾਰ ਹਰੀ ਸਿੰਘ ਤੇ ਸਰਦਾਰ ਚੜਤ ਸਿੰਘ ਲਹੂ ਦੇ ਵਗਦੇ ਦਰਿਆਵਾਂ ਵਿੱਚ ਉਹਨਾਂ ਦੀਆਂ ਲਾਸ਼ਾਂ ਨੂੰ ਤਾਰ ਕੇ ਜਿਵੇਂ ਉਸ ਪੰਤਾਣੀ ਦੀ ਬੰਦ ਖਲਾਸੀ ਕਰਾਈ, ਇਉਂ ਬਿੰਦ ਕਿਤੇ ਜਾ ਰਹੀ। ਸੂਰਮੇ ਕਰਨ ਮੌਤ ਦੀ ਸਦਾਗਰੀ ਕੱਢ ਸਕੇ ਹੱਲ ਨਾ, ਤੇਗ ਨਾਲ ਰਹੀ ਤੁਲਸੀ ਬਹਾਦਰੀ ਅਜੇ ਮੁੱਕੀ ਗੱਲ ਨਾ। ਉਹ ਸਾਰਾ ਦਿਨ ਚੰਗੀ ਤੱਲੀ ਤਲਵਾਰ ਜੀ, ਉਹ ਪੈ ਗਈਆਂ ਮਰਾਨੀਆਂ, ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਸੂਰਮੇ ਕਰਨ ਮੌਤ ਦੀ ਸਦਾਗਰੀ ਕੱਢ ਸਕੇ ਹੱਲ ਨਾ, ਤੇਗ ਨਾਲ ਰਹੀ ਤੁਲਸੀ ਬਹਾਦਰੀ ਅਜੇ ਮੁੱਕੀ ਗੱਲ ਨਾ। ਸਾਰਾ ਦਿਨ ਚੰਗੀ ਚੱਲੀ ਤਲਵਾਰ ਜੀ, ਉਹ ਪੈ ਗਈਆਂ ਵਰਾਨੀਆਂ, ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਸਵੇਰ ਤੋਂ ਸੀ ਸ਼ਾਮ ਪੈ ਗਈਆਂ, ਲੱਗ ਕੇ ਸਵੇਰ ਤੋਂ ਸੀ ਸ਼ਾਮ ਪੈ ਗਈਆਂ, ਚੱਲਣ ਦਨਾਲੀਆਂ ਲਾਸ਼ਾਂ ਸੀ ਮੈਦਾਨ ਵਿੱਚ ਪਈਆਂ ਰਹਿ ਗਈਆਂ, ਕਿਸੇ ਨਾ ਸੰਭਾਲੀਆਂ। ਦੌੜ ਕੇ ਡਰੋਗ ਡਿੱਗ ਪਏ ਸਬਰ ਜੀ, ਉਹ ਲਾਸ਼ਾਂ ਬੇਪਛਾਣੀਆਂ, ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਬੋਦੀ ਪੁੱਟੀ ਨਾਲ ਜੰਜੂ ਤੋੜ ਕੇ ਸੀ ਪੰਡਤ ਕੁੱਟਿਆ, ਖਾਣੀ ਉਸਮਾਨ ਸਿੰਘਾਂ ਨੇ ਮਰੋੜ ਕੇ ਧਰਤੀ ਤੇ ਸੁੱਟਿਆ। ਧੱਕੇ ਨਾਲ ਲੈ ਕੇ ਜਿਹੜਾ ਰੋਬ ਮਾਰ ਜੀ, ਧੱਕੇ ਨਾਲ ਲੈ ਕੇ ਜਿਹੜਾ ਰੋਬ ਮਾਰ ਜੀ, ਬੇਪਦੀ ਜਵਾਨੀਆਂ, ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਨੂੰ ਮਾਰ ਮਾਰ ਸਿੰਘ ਰੱਜ ਕੇ ਪੁੱਟੀ ਗਈ ਜਾੜ ਪਾਪ ਦੀ, ਡਿੱਗਾ ਉਸਮਾਨ ਖਾਂ ਪਠਾਨ ਭੱਜ ਕੇ ਬਚਾ ਕੇ ਜਾਨ ਆਪ ਦੀ। ਹੋ ਜੰਗ ਵਿੱਚ ਖਾਦੀ ਖਾਲਸੇ
ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਪਾਣੀ ਉਸਮਾਨ ਦੇ ਮਹੱਲ ਬੋਲ ਕੇ ਸੁਣਾਵਾਂ ਗੱਲ ਸ਼ਰਤੀ, ਖਾਲਸੇ ਨੇ ਬੇਪ ਦੀ ਜਨਾਨੀ ਟੋਲ ਕੇ ਹਵਾਲੇ ਉਹਦੇ ਕਰਤੀ। ਓ ਬੇਗਮਾਂ ਦੇ ਗਲਾਂ ਚੋਂ ਉਤਾਰੇ ਹਾਰ ਜੀ ਉਹ ਸੋਨੇ ਦੀਆਂ ਗਾਨੀਆਂ, ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਤੋਂ ਮੈਰੂ ਲੈ ਲਿਆ ਵੰਗਾਰ ਕੇ ਲਾਸ਼ਾਂ ਨੂੰ ਲਤਾੜਿਆ, ਬੇਪ ਦੇ ਬਰੋਦੀ ਵਿਗੜੇ ਸਵਾਰ ਕੇ ਸ਼ੈਲ ਨੂੰ ਉਜਾੜਿਆ। ਉਹ ਖਾਲਸੇ ਨੇ ਕੀਤਾ ਭਾਰੇ ਉਪਕਾਰ ਜੀ, ਖਾਲਸੇ ਨੇ ਕੀਤਾ ਭਾਰੇ ਉਪਕਾਰ ਜੀ। ਉਹ ਰਹਿ ਗਈਆਂ ਨਿਸ਼ਾਨੀਆਂ, ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਬੇਪ ਦੀ ਜਨਾਨੀ ਪਿੱਛੇ ਜਾਨਾਂ ਵਾਰੀਆਂ, ਆ ਕੇ ਦੂਰੋਂ ਚੱਲ ਕੇ ਸਿੰਘਾਂ ਨੇ ਮੈਦਾਨ ਵਿੱਚ ਤੇ ਗਾ ਮਾਰੀਆਂ, ਕਸੂਰ ਪੈ ਗਏ ਮੱਲ ਕੇ। ਲੋਰੀਆਂ ਤੇ ਛੱਡ ਕੇ ਤੇ ਤੁਰੇ ਨਾਰ ਜੀ ਉਹ ਖੋਂਦੇ ਜੋ ਬਗਾਨੀਆਂ, ਉਹ ਖੋਂਦੇ ਜੋ ਬਗਾਨੀਆਂ। ਹੋ ਗਈਆਂ ਕਸੂਰ ਵਿੱਚ ਕਈ ਹਜ਼ਾਰ ਜੀ ਰੰਡੀਆਂ ਪਠਾਣੀਆਂ। ਇਹ ਹੈ ਖਾਲਸੇ ਦਾ ਪਰਉਪਕਾਰ। ਵੱਡੀ ਲੜਾਈ ਤੋਂ ਬਾਅਦ ਲੜਾਈ ਜਿੱਤ ਕੇ ਉਸ ਕੁੜੀ ਨੂੰ ਭੋਰੇ ਚੋਂ ਕੱਢਿਆ, ਉਹਨੇ ਰੋ ਰੋ ਕੇ ਆਪਣੀਆਂ ਅੱਖਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ। ਜਦ ਉਹਨੇ ਆਪਣੇ ਘਰ ਵਾਲੇ ਨੂੰ ਸਾਹਮਣੇ ਤੱਕਿਆ ਤੇ ਪੈਰਾਂ ਤੇ ਡਿੱਗ ਪਈ, ਕਹਿੰਦੀ ਸਵਾਮੀ ਜੀ ਮੈਨੂੰ ਮਰ ਜਾਣ ਦੇਣਾ ਸੀ, ਮੇਰੇ ਬਦਲੇ ਇੰਨਾ ਲਹੂ ਡੁੱਲਾ ਹੈ। ਉਹਨੇ ਆਖਿਆ ਉਹ ਦੇਵਤਾ ਸਰਦਾਰ ਹਰੀ ਸਿੰਘ ਖੜਾ ਹੈ, ਉਹਦੀ ਕਿਰਪਾ ਨਾਲ ਤੈਨੂੰ ਨਰਕ ਦੇ ਪਿੰਜਰੇ ਚੋਂ ਕੱਢਿਆ ਗਿਆ ਹੈ। ਜਿੰਨੇ ਮੰਦਰਾਂ ਦੇ ਦੇਵੀ ਦੇਵਤੇ ਸੀ, ਪੱਥਰਾਂ ਦੀਆਂ ਬਣੀਆਂ ਮੂਰਤੀਆਂ, ਇੱਕ ਵੀ ਤੇਰੀ ਮਦਦ ਤੇ ਨਹੀਂ ਆਈ। ਇਹ ਜਿਉਂਦਾ ਜਾਗਦਾ ਦੇਵਤਾ ਅਕਾਲ ਤਖਤ ਤੋਂ ਤੇਰੀ ਰੱਖਿਆ ਲਈ ਤੁਰਿਆ ਹੈ। ਜਦ ਸਰਦਾਰ ਹਰੀ ਸਿੰਘ ਦੇ ਚਰਨਾਂ ਤੇ ਝੁਕਣ ਲੱਗੇ, ਕੌਮ ਦੇ ਸਰਦਾਰ ਨੇ ਸਿਰ ਤੇ ਹੱਥ ਰੱਖਿਆ। ਉਹਨੇ ਆਖਿਆ ਮੇਰੀਏ ਧੀਏ, ਜੇ ਧੰਨਵਾਦ ਕਰਨਾ ਤੇ ਛੇਵੇਂ ਪਾਤਸ਼ਾਹ ਦਾ ਅੰਮ੍ਰਿਤਸਰ ਜਾ ਕੇ ਕਰ, ਇਹ ਉਹਨਾਂ ਦੀ ਕਿਰਪਾ ਹੋਈ, ਸਾਡਾ ਤੇ ਐਵੇਂ ਨਾ ਹੀ ਲੱਗਾ ਹੈ। ਇਹਨੂੰ ਕਹਿੰਦੇ ਕਿਸੇ ਦਾ ਦਿਲ ਜਿੱਤਣਾ। ਜਦ ਅੰਮ੍ਰਿਤਸਰ ਨੂੰ ਮੁੜੇ, ਉਹਨਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਆਪਣੇ ਘਰ ਚਲੇ ਜਾਓ। ਦੋਵੇਂ ਪੰਡਤ ਤੇ ਪੰਡਤਾਣੇ ਕਹਿੰਦੇ ਹੁਣ ਅਸੀਂ ਕਿੱਥੇ ਜਾਣਾ ਹੈ, ਹੁਣ ਸਾਰੀ ਜ਼ਿੰਦਗੀ ਖਾਲਸੇ ਦੇ ਲੰਗਰਾਂ ਦੀ ਸੇਵਾ ਕਰਾਂਗੇ। ਔਰ ਅਖੰਡ ਪਾਠ ਸਾਹਿਬ ਕਰਵਾ ਕੇ ਭੋਗ ਪਾ ਕੇ ਸ਼ੁਕਰਾਨਾ ਕੀਤਾ ਗਿਆ ਤੇ ਉਸੇ ਹੀ ਭੋਗ ਉੱਤੇ ਅੰਮ੍ਰਿਤ ਛਕਾ ਕੇ ਉਹਨਾਂ ਦੋਨਾਂ ਨੂੰ ਅੰਮ੍ਰਿਤਧਾਰੀ ਬਣਾਇਆ ਗਿਆ। ਜਿੰਨਾ ਚਿਰ ਉਹ ਪੰਡਤਾਣੀ ਤੇ ਪੰਡਤ ਜਿਉਂਦੇ ਰਹੇ, ਉਹਨਾਂ ਚਿਰ ਉਹ ਖਾਲਸੇ ਦੇ ਲੰਗਰਾਂ ਦੀ ਸੇਵਾ ਕਰਦੇ ਰਹੇ। ਇਹ ਗੱਲ 1763 ਈਸਵੀ ਦੀ ਵਿਸਾਖੀ ਤੋਂ ਬਾਅਦ ਦੀ ਹੈ, ਜਦੋਂ ਉਹ ਕਿਲੇ ਜਿਹੜੇ ਕਦੀ ਕਿਸੇ ਨੇ ਫਤਿਹ ਨਹੀਂ ਸੀ ਕੀਤੇ, ਉਹ ਕਸੂਰ ਸਿੰਘਾਂ ਨੇ ਫਤਿਹ ਕੀਤਾ। ਇਸ ਤੋਂ ਬਾਅਦ ਗਿਆਨੀ ਜੀ ਜਾਣਦੇ ਨੇ, ਸ਼ੇਰੇ ਪੰਜਾਬ ਦਾ ਜਦੋਂ ਰਾਜ ਭਾਗ ਕਾਇਮ ਹੋਇਆ, ਅੰਮ੍ਰਿਤਸਰ ਤੋਂ ਬਾਅਦ ਪਹਿਲਾ ਸ਼ਹਿਰ ਜਿਹੜਾ ਸ਼ੇਰੇ ਪੰਜਾਬ ਨੇ ਫਤਿਹ ਕੀਤਾ ਉਹ ਵੀ ਕਸੂਰ ਸੀ। ਸੋ ਇੰਨੀਆਂ ਬੇਨਤੀਆਂ ਨਾਲ ਆਪ ਜੀ ਤੋਂ ਖਿਮਤ ਦੇ ਜਾਚਕ ਹੈ। ਸਾਰੇ ਵੀਰਾਂ ਦਾ ਬਹੁਤ ਬਹੁਤ ਸਤਿਕਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਸਤਿਕਾਰਯੋਗ ਮਾਤਾ ਜੀ ਪਿਆਰ ਸੁਨੇਹੇ ਭੇਜ ਗਏ, ਕਹਿੰਦੇ ਹਰ ਰੋਜ਼ ਘਰ ਬਹਿ ਕੇ ਤੁਹਾਡਾ ਪ੍ਰੋਗਰਾਮ ਸੁਣਦੇ ਆ, ਧੰਨਵਾਦ। ਸਨਹੌਜੇ ਅਮਰੀਕਾ ਤੋਂ ਗਿਆਨੀ ਜਗਬੀਰ ਸਿੰਘ ਜੀ, ਉੱਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ, ਉਹਨਾਂ ਨੇ ਪਿਆਰ ਸੰਦੇਸ਼ ਭੇਜਿਆ ਕਿ ਅਸੀਂ ਵੀ ਰੋਜ਼ਾਨਾ ਇਹ ਪ੍ਰੋਗਰਾਮ ਸੁਣਦੇ ਹਾਂ ਦਸ਼ਮੇਸ਼ ਦਰਬਾਰ ਤੋਂ। ਇਸ ਤੋਂ ਮਾਲੂਮ ਹੁੰਦਾ ਹੈ ਇਸ ਸਟੇਜ ਨੂੰ ਦੂਰ ਦਰਾਡੇ ਤੱਕ ਸੁਣਿਆ ਜਾ ਰਿਹਾ ਹੈ। ਸੋ ਮਹਾਰਾਜ ਕਿਰਪਾ ਕਰਨ, ਤੁਹਾਡੇ ਚਰਨਾਂ ਦੀ ਧੂੜ ਸਾਡੇ ਮਸਤਕ ਤੇ ਲੱਗਦੀ ਰਹੇ ਔਰ ਤੁਹਾਡੀ ਵੱਲੋਂ ਬਖਸ਼ੀ ਹੋਈ ਤਾਕਤ ਦੇ ਨਾਲ, ਹਿੰਮਤ ਦੇ ਨਾਲ ਤੁਹਾਡੀ ਸੇਵਾ ਕਰਦੇ ਰਹੀਏ। ਅਗਲਾ ਜਥਾ ਭਾਈ ਹਰਪ੍ਰੀਤ ਸਿੰਘ ਜੀ ਜਲੰਧਰ ਵਾਲੇ, ਜਿਹੜੇ ਵੀ ਉੱਥੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ, ਉਹਨਾਂ ਦੇ ਵੀ ਪਿਆਰ ਭਰੇ ਸੁਨੇਹੇ ਇੱਥੇ ਆਏ ਹੋਏ ਨੇ। ਸੋ ਉਹਨਾਂ ਦਾ ਵੀ ਧੰਨਵਾਦ। ਜਿੰਨੇ ਵੀ ਢਾਡੀ, ਜਿੰਨੇ ਵੀ ਕਵੀਸ਼ਰ, ਜਿੰਨੇ ਵੀ ਗੁਰੂ ਘਰ ਦੇ ਕੀਰਤਨੀਏ, ਇਹ ਜਦੋਂ ਬਾਹਰ ਆਉਣ ਵਾਸਤੇ ਫੈਲ ਲਵਾਉਂਦੇ ਨੇ ਤੇ ਉਹ ਨਿਸ਼ਕਾਮ ਸੇਵਾ ਕਰਦੇ ਨੇ। ਗੁਰੂ ਘਰ ਦੇ ਪ੍ਰਚਾਰਕਾਂ ਤੋਂ ਇੱਕ ਪੈਸਾ ਵੀ ਫੀਸ ਦਾ ਨਹੀਂ ਉਹ ਲੈਂਦੇ। ਵੀਰ ਹਰਪ੍ਰੀਤ ਸਿੰਘ ਜੀ ਜਲੰਧਰ ਵਾਲੇ, ਉਹਨਾਂ ਦਾ ਵੀ ਧੰਨਵਾਦ ਹੈ। ਅਗਲਾ ਪ੍ਰੋਗਰਾਮ ਗਿਆਨੀ ਹੰਸਾ ਸਿੰਘ ਜੀ ਜੋਂਦਾ, ਮਾਲਵੇ ਦਾ ਪ੍ਰਸਿੱਧ ਢਾਡੀ ਜਥਾ, ਗਿਆਨੀ ਬਲਜੀਤ ਕੌਰ ਜੀ ਐਮਏ, ਦਲਜੀਤ ਕੌਰ ਜੀ ਐਮਏ, ਔਰ ਸਰੰਗੀ ਮਾਸਟਰ ਪਿਤਾ ਪੁਰਖੀ ਗਿਆਨੀ ਬੂਟਾ ਸਿੰਘ ਜੀ, ਉਹ ਤੁਹਾਡੇ ਰੂਬਰੂ ਹੋ ਰਹੇ ਨੇ। ਮੇਰੇ ਨਾਲ ਫਤਿਹ ਬੁਲਾਓ, ਹੋਈਆਂ ਭੁੱਲਾਂ ਦੀ ਖਿਮਾ। ਤੁਹਾਡਾ ਆਪਣਾ, ਤੁਹਾਡੇ ਚਰਨਾਂ ਨਾਲ ਲੱਗੀ ਹੋਈ ਧੂੜ ਦਾ ਇੱਕ ਕਿਣਕਾ ਗਿਆਨੀ ਜੋਗਾ ਸਿੰਘ ਭਾਗੋਵਾਲੀਆ, ਮਾਫੀ ਦਿਓ, ਕਿਰਪਾ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ